ਮੋਰਨਿੰਗ ਆਲ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਪੰਜਾਬੀ ਸਾਹਿਤ ਦੀ ਸਾਡੀ ਅਗਲੀ ਕਲਾਸ ਦੇ ਵਿੱਚ। ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਕਲਾਸੀਕਲ ਸਾਹਿਤ ਦੇ ਰੂਪਾਂ ਦੇ ਵਿੱਚੋਂ ਅਸੀਂ ਅੱਜ ਜਿਹੜਾ ਟੌਪਿਕ ਕਰਾਂਗੇ ਉਹ ਹੈ ਕਲਾਸਿਕਵਾਦ ਜਾਂ ਸਨਾਤਨਵਾਦ। ਇਹ ਜਿਹੜੇ ਟੌਪਿਕ ਨੇ ਤੁਹਾਨੂੰ ਸ਼ਾਇਦ ਹੀ ਕਿਸੇ ਕਿਤਾਬ ਦੇ ਵਿੱਚ ਮਿਲਣ। ਇਹ ਤਾਂ ਇੱਕ ਤਾਂ ਅੱਜ ਇਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਮੈਂ ਤੁਹਾਡੇ ਵਟਸਐਪ ਗਰੁੱਪ ਦੇ ਵਿੱਚ ਵੀ ਮਤਲਬ ਪਾ ਰਹੀ ਹਾਂ ਐਪ ਦੇ ਨਾਲ। ਤਾਂ ਇਹਨੂੰ ਤੁਸੀਂ ਪਲੀਜ਼ ਆਪਣੇ ਕਾਪੀਜ਼ ਦੇ ਉੱਪਰ ਜ਼ਰੂਰ ਨੋਟ ਕਰਨਾ, ਇਹਦੇ ਨੋਟਸ ਬਣਾਉਣੇ ਨੇ, ਇਸ ਲਈ ਅਸੀਂ ਇੰਨੀ ਮਿਹਨਤ ਕਰ ਰਹੇ ਹਾਂ ਇਹਨਾਂ 'ਤੇ। ਅੱਛਾ, ਸਨਾਤਨਵਾਦ ਜਿਹੜਾ ਅੰਗਰੇਜ਼ੀ ਸ਼ਬਦ ਹੈ ਉਹ ਕਲਾਸਿਜ਼ਮ ਤੋਂ ਪੈਦਾ ਹੋਇਆ, ਠੀਕ ਹੈ। ਕਲਾਸਿਜ਼ਮ ਦਾ ਅਨੁਵਾਦ ਕੀ ਹੈ, ਇਹਦਾ ਮੀਨਿੰਗ ਕੀ ਹੈ, ਇਸ ਲਈ ਜਿਹੜੀ ਅੱਜ ਕੱਲ੍ਹ ਮੂਲ ਸ਼ਬਦ ਕਲਾਸਿਜ਼ਮ ਕਹਿਣ ਦੀ ਰੁਚੀ ਕਾਫੀ ਹੋ ਗਈ। ਅਸੀਂ ਕਿ ਹਰ ਇੱਕ ਚੀਜ਼ ਨੂੰ ਜਿਹੜਾ ਉਹਦੇ ਪੁਰਾਤਨ ਸਰੂਪ ਨੂੰ ਜਦੋਂ ਅਸੀਂ ਰਿਪਰੈਜ਼ੈਂਟ ਕਰਨਾ ਹੋਵੇ ਅਸੀਂ ਕਲਾਸੀਕਲ ਸ਼ਬਦ ਦੀ ਵਰਤੋਂ ਕਰਦੇ ਹਾਂ। ਪ੍ਰਾਚੀਨ ਕਾਲ ਦੇ ਵਿੱਚ ਜਿਹੜਾ ਹੈ ਉਹ ਰੋਮਨ ਸਮਾਜ ਨੂੰ 5 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ। ਇਹਨਾਂ ਦੇ ਵਿੱਚੋਂ ਜਿਵੇਂ ਸੀਗੇ ਉੱਚਤਮ, ਕਲਾਸੀਕਲ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਸੀ, ਜਿਹੜੇ ਉੱਚਤਮ ਹੁੰਦੇ ਸੀਗੇ। ਇਸ ਲਈ ਉਹ ਇਸ ਕੈਟਾਗਰੀ 'ਚ ਉਹ ਲੋਕ ਰੱਖੇ ਜਾਂਦੇ ਸੀ ਜੋ ਮਤਲਬ ਇਕਨੋਮਿਕਲੀ ਜਾਂ ਸੰਪਤੀ ਦੇ ਪੱਖ ਤੋਂ ਸ਼੍ਰੇਸ਼ਟ ਹੁੰਦੇ ਸੀਗੇ। ਇਸ ਪਦ ਨੂੰ ਯੂਨਾਨੀ ਅਤੇ ਵਿਆਕਰਨੀ ਜਿਹੜੇ ਔਲਸ ਨੇ 2ਵੀਂ ਸ਼ਤਾਬਦੀ ਦੇ ਵਿੱਚ ਪਹਿਲੀ ਸਾਹਿਤਕ ਖੇਤਰ ਦੇ ਵਿੱਚ ਵਰਤਿਆ ਗਿਆ ਅਤੇ ਉਸ ਨੇ ਇਸ ਨੂੰ ਆਮ ਜਨਤਾ ਲਈ ਲਿਖੀਆਂ ਗਈਆਂ ਪੁਸਤਕਾਂ ਦੇ ਨਾਲ ਉਹਦੇ ਵਿੱਚੋਂ ਲਿਆ। ਫਿਰ ਸਮਾਂ ਲੰਘਣ ਦੇ ਨਾਲ ਇਹਦਾ ਭਾਵ ਜਿਹੜਾ ਸੀ ਉਹ ਵਸੋਂ ਦੇ ਸ਼੍ਰੇਸ਼ਟ ਲੋਕਾਂ ਨਾਲੋਂ ਹਟਾ ਕੇ ਸਾਹਿਤਕ ਗੁਣਾਂ ਵਾਲੀਆਂ ਰਚਨਾਵਾਂ ਲਈ ਕੀਤਾ ਜਾਣ ਲੱਗ ਪਿਆ। ਪਹਿਲਾਂ ਕਲਾਸਿਜ਼ਮ ਦਾ ਜਿਹੜਾ ਸੰਬੰਧ ਸੀ ਉਹ ਲਾਇਆ ਜਾਂਦਾ ਸੀ ਜਿਹੜੀ ਹਾਈ ਕਲਾਸ ਸੁਸਾਇਟੀ ਦੀ ਅਸੀਂ ਗੱਲ ਕਰੀਏ। ਹੌਲੀ ਹੌਲੀ ਉਹ ਹਾਈ ਕਲਾਸ ਜਿਹੜੀਆਂ ਸੀਗੀਆਂ ਰਚਨਾਵਾਂ ਕਹਿ ਲਓ, ਕ੍ਰਿਤਾਂ ਕਹਿ ਲਓ, ਉਹਨਾਂ ਦੇ ਨਾਲ ਉਹਨੂੰ ਜੋੜ ਕੇ ਦੇਖਿਆ ਜਾਣ ਲੱਗ ਪਿਆ। 6ਵੀਂ ਸਦੀ ਦੇ ਵਿੱਚ ਇਹ ਸ਼ਬਦ ਪਾਠਸ਼ਾਲਾ ਦੇ ਵਿੱਚ ਪੜ੍ਹਾਈ ਜਾਣ ਵਾਲੀ ਜਮਾਤ ਦੇ ਨਾਲ ਜੁੜ ਗਿਆ। ਇਹਦੇ ਤੋਂ ਭਾਵ ਕੀ ਸੀ ਕਿ ਸਕੂਲੀ ਅਤੇ ਉਹ ਲੇਖਕ ਲਿਆ ਜਾਣ ਲੱਗਿਆ ਜਿਹਨੂੰ ਜਮਾਤ 'ਚ ਪੜ੍ਹਾਇਆ ਜਾਂਦਾ ਹੈ। ਅਨੁਮਾਨ ਇਹ ਲਾਇਆ ਜਾਂਦਾ ਕਿ ਉਸ ਜ਼ਮਾਨੇ 'ਚ ਪੜ੍ਹਨ ਵਾਲੇ ਲੋਕਾਂ ਨੂੰ ਉੱਚਤਮ ਮੰਨਿਆ ਜਾਂਦਾ ਹੋਊਗਾ। ਸਮਾਂ ਗੁਜ਼ਰਨ ਦੇ ਨਾਲ 16ਵੀਂ ਈਸਵੀ ਦੇ ਵਿੱਚ ਸਾਡੇ ਕੋਲ ਕਲਾਸਿਜ਼ਮ ਜੋ ਕਲਾਸ ਤੋਂ ਉਤਪੰਨ ਹੋਈ ਸੀ, ਕਾਫੀ ਸ਼ਬਦ ਮਿਲਦੇ ਨੇ। ਕਿਸੇ ਵੀ ਕਲਾਕ੍ਰਿਤੀ ਦੇ ਪਿੱਛੇ ਟੁੰਬ ਅਤੇ ਉਹਦਾ ਪ੍ਰਗਟਾਅ ਘੱਟ ਜਾਂ ਵੱਧ ਤਰਕਸ਼ੀਲ ਹੋ ਸਕਦਾ ਹੈ। ਪਹਿਲਾਂ ਸਾਡੇ ਮਨ ਦੇ ਵਿੱਚ ਫੁਰਨਾ ਫੁਰਦਾ, ਫਿਰ ਅਸੀਂ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰਦੇ ਹਾਂ। ਸਿਰਜਣਾਤਮਕ ਕਿਰਿਆ ਦੇ ਨਾਲ ਸੰਬੰਧ ਪ੍ਰਪੰਚ ਦੀਆਂ ਮੋਟੀਆਂ 4 ਹਾਲਤਾਂ ਮਿਥੀਆਂ ਹਨ। ਪਹਿਲੀ, ਜਿਹਦੇ ਪਿੱਛੇ ਕਲਾਕ੍ਰਿਤੀ ਪਿੱਛੇ ਕੰਮ ਕਰਦੀ ਟੁੰਬ ਅਤੇ ਪ੍ਰਗਟਾ ਦੋਵੇਂ ਤਾਰਕਿਕ ਹੋਣ। ਮਤਲਬ ਸਾਡੇ ਮਨ ਦੇ ਵਿੱਚ ਆਇਆ ਜਿਹੜਾ ਵਿਚਾਰ ਹੈ, ਜੋ ਸਾਡੇ ਮਨ ਦੇ ਵਿੱਚ ਫੀਲਿੰਗ ਆਈ ਹੈ ਕਿਸੇ ਕੰਮ ਨੂੰ ਕਰਨ ਦੀ, ਉਹ ਦੈਟ ਸ਼ੁੱਡ ਬੀ ਮਤਲਬ ਲੌਜਿਕ ਹੋਣਾ ਚਾਹੀਦਾ ਉਹਦੇ ਵਿੱਚ ਕੋਈ। ਪਹਿਲੀ ਇੱਕ ਤਾਂ ਇਹ ਕੈਟਾਗਰੀ ਹੋ ਸਕਦੀ ਹੈ। ਦੂਸਰੀ, ਜਦੋਂ ਟੁੰਬ ਤਾਰਕਿਕ ਹੋਵੇ, ਮਤਲਬ ਸਾਡੇ ਮਨ ਦੇ ਵਿੱਚ ਆਇਆ ਜਿਹੜਾ ਵਿਚਾਰ ਹੈ ਉਹ ਲੌਜੀਕਲ ਹੈ ਪਰ ਅਸੀਂ ਉਹਨੂੰ ਪ੍ਰਗਟਾ ਲੌਜਿਕਲੀ ਤਰੀਕੇ ਨਾਲ ਨਹੀਂ ਰਹੇ। ਤੀਸਰਾ, ਜਦੋਂ ਕਲਾ ਦੇ ਪਿੱਛੇ ਟੁੰਬ ਤਾਂ ਭਾਵਨਾਤਮਕ ਹੋਵੇ ਪਰ ਜਦੋਂ ਅਸੀਂ ਉਹਨੂੰ ਰਿਪਰੈਜ਼ੈਂਟ ਕੀਤਾ ਬੜੇ ਹੀ ਲੌਜੀਕਲ ਤਰੀਕੇ ਨਾਲ ਕੀਤਾ, ਸਾਡੇ ਕੋਲ ਤਰਕ ਸੀਗਾ ਦੇਣ ਨੂੰ ਵੀ ਅਸੀਂ ਇਸ ਤਰ੍ਹਾਂ ਕੀਤਾ ਕਿਉਂ ਸੀਗਾ। ਚੌਥਾ, ਜਦੋਂ ਟੁੰਬ ਭਾਵੁਕ ਹੋਵੇ ਅਤੇ ਪ੍ਰਗਟਾਅ ਵੀ ਭਾਵੁਕ ਹੋਵੇ। ਇਹ 4 ਤਰੀਕਿਆਂ ਦੇ ਨਾਲ ਅਸੀਂ ਕਿਸੇ ਚੀਜ਼ ਨੂੰ ਪ੍ਰਗਟਾ ਸਕਦੇ ਹਾਂ ਜੋ ਵਿਚਾਰ ਸਾਡੇ ਮਨ ਦੇ ਵਿੱਚ ਆਉਂਦੇ ਨੇ। ਇਸ ਸੂਤਰ ਤੋਂ ਸਾਨੂੰ ਕੀ ਪਤਾ ਲੱਗਾ ਕਿ ਸਨਾਤਨਵਾਦ ਦੇ ਵਿੱਚ ਟੁੰਬ ਦਾ ਭਾਵਿਕ ਜਿਹੜਾ ਗੁਣ ਹੈਗਾ ਉਹ ਕੀ ਹੈਗਾ, ਲਾਜ਼ਮੀ ਹੈ, ਪਰ ਇਸ ਦੇ ਉੱਪਰ ਉਸਰੀ ਜਿਹੜੀ ਤਰਕ ਅਧੀਨ ਹੋਈ ਹੁੰਦੀ ਹੈ, ਉਸਾਰੀ ਤਰਕ ਅਧੀਨ ਹੋਈ ਹੁੰਦੀ ਹੈ। ਜਿਹੜਾ ਉਹਦੇ ਵਿੱਚ ਜਿਹੜੀ ਫੀਲਿੰਗ ਆਉਂਦੀ ਉਹ ਸ਼ਾਇਦ ਇਮੋਸ਼ਨਲ ਹੋ ਸਕਦੀ ਹੈ। ਇਹਦੇ ਉਲਟ ਰੋਮਾਂਸਵਾਦ ਵੀ ਭਾਵੁਕ ਹੁੰਦਾ, ਉਸਾਰੀ ਵੀ ਭਾਵੁਕ। ਇੰਜ ਸਨਾਤਨਵਾਦੀ ਕਲਾ ਦੇ ਵਿੱਚ ਕਲਾਕਾਰ ਦੇ ਪ੍ਰਗਟਾਅ ਚੰਗਾ ਉਧਰ ਤਰਕ ਦਾ ਹੋਣਾ ਲਾਜ਼ਮੀ ਹੈ। ਇਹਨੂੰ ਨਿਯਮਬੱਧਤਾ ਦੇ ਨਾਂ ਨਾਲ ਵੀ ਅਸੀਂ ਜੋੜ ਸਕਦੇ ਹਾਂ। ਕਲਾਸਿਕਵਾਦ ਜਾਂ ਸਨਾਤਨਵਾਦ ਕਲਾ ਵਿੱਚ ਟੁੰਬ ਦਾ ਜਿਹੜਾ ਭਾਵੁਕ ਹੁੰਦੀ ਹੈ ਪਰ ਪ੍ਰਗਟਾਅ ਹੁੰਦਾ ਤਰਕਸ਼ੀਲ। ਸਮੁੱਚੇ ਰੂਪ ਦੇ ਵਿੱਚ ਸ਼ੁੱਧ ਬੁੱਧ ਵਾਲਾ ਦਮ ਭਰਦਾ। ਸ਼ੁੱਧ ਬੁੱਧ ਦਾ ਇਹ ਗੁਣ ਸੋਚ, ਸਿਆਣਪ, ਮਾਨਸਿਕ ਸੰਤੁਲਨ ਦਾ ਸੂਚਕ ਹੁੰਦਾ ਹੈ। ਰੋਮਾਂਸਵਾਦ ਦੇ ਵਿੱਚ ਇਹਦੇ ਉਲਟ ਕਲਪਨਾ ਨੂੰ ਖੁੱਲ੍ਹੀ ਛੁੱਟੀ ਹੁੰਦੀ ਹੈ। ਉੱਥੇ ਲੇਖਕ ਦੇ ਉੱਪਰ ਜਜ਼ਬਾ ਪੂਰੀ ਤਰ੍ਹਾਂ ਹਾਵੀ ਹੁੰਦਾ, ਉਹ ਆਪਣੀ
ਪਿਆਰ ਦੇ ਵਿੱਚ ਬਹਿ ਕੇ ਕੁਝ ਵੀ ਲਿਖਦਾ ਹੈ। ਸਨਾਤਨਵਾਦ ਦੇ ਵਿੱਚ ਸੰਜੀਦਗੀ ਦਾ ਕੁੰਡਾ ਪਹਿਲਾਂ ਪਹਿਲ ਵਸਤੂ ਦੀ ਚੋਣ ਦੇ ਉੱਪਰ ਪ੍ਰਗਟ ਹੁੰਦਾ ਹੈ ਕਿ ਕਿਹੜੇ ਟੌਪਿਕਸ ਨੇ ਜਿਹੜੇ ਪੁਰਾਤਨਵਾਦ, ਸਨਾਤਨਵਾਦ ਜਾਂ ਕਲਾਸਿਕਵਾਦ ਦੇ ਘੇਰੇ 'ਚ ਆਉਣਗੇ। ਕਲਾਕਾਰ ਦੀ ਕਲਪਨਾ ਅਤੇ ਵਿਹਾਰ ਉੱਪਰ ਲਈ ਗਈ ਸੰਜੀਦਗੀ ਦੀ ਇਹ ਬੰਦਿਸ਼ ਕਲਾਸੀਕਲ ਲੇਖਕ ਨੂੰ ਰੂਪ ਅਤੇ ਆਕਾਰ ਅਤੇ ਅੱਖ ਰੱਖਣ ਨੂੰ ਮਜਬੂਰ ਕਰਦੀ ਹੈ। ਇਹਦੇ ਉਲਟ ਜਿਹੜੇ ਰੋਮਾਂਸਵਾਦੀ ਕਲਾਕ੍ਰਿਤੀਆਂ ਹੁੰਦੀਆਂ ਨੇ ਉਹ ਉਹਨਾਂ ਵਿੱਚ ਇਹ ਚੀਜ਼ਾਂ ਮੁੱਖ ਨਹੀਂ ਹੁੰਦੀਆਂ। ਉਹ ਚਾਹੇ ਤਾਂ ਕਲਾਕ੍ਰਿਤੀ ਦੇ ਕਿਸੇ ਵੀ ਅੰਗ ਦੇ ਉੱਤੇ ਸਾਰੀ ਕਲਾ ਨੂੰ ਡੋਲ ਸਕਦਾ। ਸਨਾਤਨਵਾਦ ਦੇ ਵਿੱਚ ਰਚਨਾ ਦਾ ਅੰਦਰੂਨੀ ਜਿਹੜਾ ਲੱਛਣ ਹੈ ਉਹ ਸਥਿਰਤਾ ਵਾਲਾ ਹੋਣਾ ਚਾਹੀਦਾ ਹੈ ਤਾਂ ਜੋ ਸਾਦਗੀ ਅਤੇ ਸਮਤੋਲ ਪੈਦਾ ਹੋਵੇ। ਇਹਦੇ ਉਲਟ ਜਿਹੜਾ ਰੋਮਾਂਸਵਾਦ ਹੈ ਉਹ ਗਰਮਾ ਗਰਮੀ ਬੇਕਰਾਰੀ ਦਾ ਜਿਹੜਾ ਪ੍ਰਭਾਵ ਹੈ ਉਹ ਪਾਉਂਦਾ ਹੈ। ਸਨਾਤਨਵਾਦ ਦੀ ਆਤਮਾ ਸ਼ੁੱਧ ਬੁੱਧ ਨਿਰਧਾਰਿਤ ਕਰ ਲੈਣ ਦੇ ਫਲਸਰੂਪ ਉਪਜ ਜਿਹੜੀ ਹੁੰਦੀ ਹੈ ਉਹ ਟਿਕਾਊ ਸਥਿਰ ਹੁੰਦੀ ਹੈਗੀ ਹੈ। ਸ਼ਾਸਤਰੀ ਨਿਯਮ ਨੂੰ ਪਾਲਣਾ ਸਨਾਤਨਵਾਦ ਦਾ ਜ਼ਰੂਰੀ ਅੰਗ ਹੈ। ਇਹ ਹੈ ਪ੍ਰਾਚੀਨ ਲੇਖਕਾਂ ਦੀ ਰੀਤ ਨੂੰ ਵਸਤੂ ਦੇ ਉੱਤੇ ਮਾਧਿਅਮ ਦੀ ਚੋਣ, ਉਹਨਾਂ ਦੀਆਂ ਰੂੜੀਆਂ ਨੂੰ ਨਿਭਾਉਣਾ। ਮਤਲਬ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਕੋਈ ਸਾਡੇ ਬਜ਼ੁਰਗਾਂ ਨੇ ਬਣਾਏ ਨੇ, ਜਦੋਂ ਅਸੀਂ ਐਜ਼ ਇਟ ਇਜ਼ ਉਹਨਾਂ ਦੀ ਪਾਲਣਾ ਕਰਦੇ ਹਾਂ, ਉਹਨਾਂ ਦੀਆਂ ਸੰਵੇਦਨਾ ਨੂੰ ਮਾਨਤਾ ਦੇਣੀ, ਉਹਨਾਂ ਦੀ ਸ਼ੈਲੀ ਨੂੰ ਨਿਭਾਉਣ ਦੇ ਵਿੱਚ ਪ੍ਰਗਟ ਹੋਣਾ। ਸਨਾਤਨਵਾਦ ਦਾ ਸਭ ਤੋਂ ਵੱਡਾ ਦੋਸ਼ ਇਹਦੀ ਕਠੋਰਤਾ ਇਹ ਕਲਾਕਾਰ ਨੂੰ ਨਿਯਮਾਂ 'ਚ ਬੰਨ੍ਹ ਕੇ ਰੱਖਦੀ ਹੈ। ਉਹਨੂੰ ਕੋਈ ਇਸ ਜਿਹੜਾ ਹੈਗਾ ਉਸ ਨੂੰ ਕੋਈ ਨਵਾਂ ਪ੍ਰਯੋਗ ਨਹੀਂ ਉਹ ਕਰਨ ਦਿੰਦੇ। ਤਾਂ ਕਲਾਸਿਕਵਾਦ ਪੁਰਾਤਨ ਜੋ ਸਾਡੇ ਜਿਵੇਂ ਆਪਾਂ ਕਹਿ ਲਈਏ ਵਿਚਾਰ ਵਗੈਰਾ ਵੀ ਹੁੰਦੇ ਨੇ, ਦੇਖੋ ਆਪਣੀ ਸੋਚ ਹੈ ਤਾਂ ਉਹ ਕੀ ਹੁੰਦੀ ਹੈ, ਫਲੈਕਸੀਬਿਲਿਟੀ ਘੱਟ ਹੁੰਦੀ ਹੈ, ਉਹ 'ਚ ਐਕਸਪੈਰੀਮੈਂਟ ਨਹੀਂ ਹੋ ਸਕਦਾ। ਕਲਾ ਦੀ ਪ੍ਰਕਿਰਤੀ ਇਸ ਨਾਲ ਰੁਕ ਜਾਂਦੀ ਹੈ ਕਿਉਂਕਿ ਅਜੋਕੇ ਸਮਾਜ ਦੀਆਂ ਸਮੱਸਿਆਵਾਂ ਨੂੰ 2.5-3 ਸਾਲ ਪਹਿਲਾਂ ਦੀਆਂ ਕਦਰਾਂ ਕੀਮਤਾਂ ਨਾਲ ਭੁਗਤਾਉਣਾ ਸਮਾਜ ਲਈ ਨੁਕਸਾਨਦੇਹ ਹੈ। ਬਾਵਜੂਦ ਇਹਦੇ ਕਿ ਇਹ ਵਾਦ ਆਪਣੀ ਤਾਕਤ ਗਵਾ ਚੁੱਕਿਆ ਹੈ, ਸਮਝਣਾ ਭੁੱਲ ਹੈ। ਇਹ ਸੁਚੇਤ ਅਤੇ ਅਚੇਤ ਰੂਪ ਵਿੱਚ ਸਦਾ ਹੀ ਕੁਝ ਬੰਧਨਾਂ ਕਲਾਕਾਰ 'ਤੇ ਲਾ ਕੇ ਰੱਖਦਾ ਹੈ। ਇਸ ਲਈ ਉਹ ਆਪਣਾ ਅਸਰ ਸ਼ੁੱਧ ਜਾਂ ਅਸਰ ਬਦਲਵੇਂ ਰੂਪ ਦੇ ਵਿੱਚ ਕਲਾਕ੍ਰਿਤੀ ਉੱਪਰ ਛੱਡਦਾ। ਭਾਰਤੀ ਸਾਹਿਤ ਦੇ ਵਿੱਚ ਕਾਵਿ ਸ਼ਾਸਤਰੀਆਂ, ਨਾਟ ਸ਼ਾਸਤਰੀਆਂ, ਸੰਗੀਤ ਆਚਾਰੀਆਂ ਨੇ ਇਸ ਵਾਦ ਦੀ ਰਚਨਾ ਕੀਤੀ ਹੈ। ਪੰਜਾਬੀ ਦੇ ਵਿੱਚ ਵਾਰਿਸ ਦੀ ਹੀਰ ਇੱਕ ਕਲਾਸੀਕਲ ਰਚਨਾ ਮੰਨੀ ਜਾਂਦੀ ਹੈ। ਇਹ ਸਨਾਤਨਵਾਦੀ ਰੁਚੀ ਹੈ ਪਰ ਮੰਦਭਾਗੀ ਹੈ। ਕਲਾਸਿਜ਼ਮ ਦੇ ਵਿੱਚ ਅਸੀਂ ਇਹ ਸਿੱਖਿਆ ਜਿਹੜੀਆਂ ਚੀਜ਼ਾਂ ਸਾਡੇ ਪੁਰਾਣੇ ਸਮੇਂ, ਮਾਹੌਲ ਜਾਂ ਕੁਛ ਕਹਿ ਲਓ ਰੀਤੀ ਰਿਵਾਜ਼ਾਂ ਨਾਲ ਜੁੜ ਕੇ ਜੋ ਸਾਹਮਣੇ ਆਉਂਦੀਆਂ ਨੇ, ਐਜ਼ ਇਟ ਇਜ਼ ਅਸੀਂ ਉਹਨੂੰ ਉਸੇ ਤਰ੍ਹਾਂ ਹੀ ਜਿਹੜਾ ਹੈਗਾ ਉਹਨੂੰ ਮੰਨਦੇ ਹੈਗੇ ਹਾਂ। ਉਹ ਸਾਰਾ ਕੁਝ ਜਿਹੜਾ ਹੈਗਾ ਉਹ ਕਲਾਸਿਕਵਾਦ ਦਾ ਹਿੱਸਾ ਹਨ। ਤਾਂ ਇਹ ਟੌਪਿਕ ਵੀ ਤੁਸੀਂ ਆਪਣੇ ਕਾਪੀਜ਼ ਦੇ ਉੱਪਰ ਨੋਟ ਕਰਨਾ ਹੈ। ਜਿਵੇਂ ਸਭ ਤੋਂ ਪਹਿਲਾਂ ਅਸੀਂ ਮਿੱਥ ਕੀਤਾ ਸੀ, ਫਿਰ ਬਿੰਬ ਕੀਤਾ ਸੀ, ਅੱਜ ਅਸੀਂ ਕਲਾਸਿਕਵਾਦ ਜਾਂ ਸਨਾਤਨਵਾਦ ਕੀਤਾ। ਉਮੀਦ ਹੈ ਤੁਹਾਨੂੰ ਸਮਝ ਲੱਗਿਆ ਹੋਵੇਗਾ। ਧੰਨਵਾਦ।